ਲੋ ਜਨਾਬ, ਮੈਂ ਤੁਹਾਨੂੰ ਦੱਸਦਾ ਕਿ ਧੀ ਉਜਾੜਨ ਦੇ ਵਿੱਚ ਸਭ ਤੋਂ ਵੱਡਾ ਹੱਥ ਕਿਹਦਾ ਹੁੰਦਾ ਹੈ। ਇਹ ਮੇਰੀ ਗੱਲ ਸਾਰੀਆਂ ਧੀਆਂ ਭੈਣਾਂ ਵਾਸਤੇ ਆ, ਮਾਵਾਂ ਵਾਸਤੇ ਆ। ਇਹ ਮੇਰੀ ਵੀਡੀਓ ਸੁਣ ਕੇ ਜਾਣਾ ਤੇ ਕਮੈਂਟ ਲਾਜ਼ਮੀ ਕਰਕੇ ਦੱਸਣਾ। ਸਭ ਤੋਂ ਵੱਡਾ ਹੱਥ ਹੁੰਦਾ ਧੀ ਉਜਾੜਨ ਦੇ ਵਿੱਚ ਇੱਕ ਮਾਂ ਦਾ ਸਭ ਤੋਂ ਵੱਡਾ ਰੋਲ ਹੁੰਦਾ ਇੱਕ ਧੀ ਉਜਾੜਨ ਦਾ। ਗੱਲ ਮੈਂ ਤੁਹਾਨੂੰ ਸੁਣਾਉਣਾ, ਅਗਰ ਗੱਲ ਸਮਝ ਆ ਗਈ, ਅਗਰ ਤੁਸੀਂ ਇਹ 'ਤੇ ਅਮਲ ਕਰੋਗੇ ਤੇ ਇਨਸ਼ਾ ਤਾਲਾ ਇਹ ਦੁਨੀਆ ਦੇ ਝਗੜੇ ਮੁੱਕ ਜਾਣਗੇ। ਗੱਲ ਇੱਦਾਂ ਕਿ ਇੱਕ ਧੀ ਨਾਲ ਲੜ ਕੇ ਆਪਣੇ ਬੰਦੇ ਦੇ ਨਾਲ ਤੇ ਆਪਣੀ ਮਾਂ ਦੇ ਕੋਲ ਚਲ ਗਈ। ਉਹਨੇ ਕਿਹਾ ਮਾਂ ਮੇਰੇ ਨਾਲ ਜ਼ਿਆਦਤੀ ਕਰਦਾ, ਮੈਨੂੰ ਕੁੱਟਦਾ ਮਾਰਦਾ, ਤੇ ਜੇ ਉਹਨੇ ਬਹੁਤਾ ਕੰਮ ਖਰਾਬ ਕੀਤਾ ਤੇ ਮੈਂ ਉਹਦਾ ਕਿਸੇ ਦਿਨ ਸਿਰ 'ਚ ਮਾਰ ਕੇ ਨਾ ਤੇ ਉਹਨੂੰ ਮੈਂ ਮਾਰ ਦੇਣਾ ਆ। ਉਹਨੇ ਕਿਹਾ ਧੀਏ ਇੱਦਾਂ ਨਹੀਂ ਕਰੀਦਾ, ਤੈਨੂੰ ਮੈਂ ਇੱਕ ਤਰੀਕਾ ਦੱਸਦੀ ਹਾਂ ਤੇ ਤਰੀਕੇ ਤੂੰ ਇਸਤੇਮਾਲ ਕਰੇਂਗੀ ਤੇ ਅੱਲਾ ਖੈਰ ਕਰੇ ਤੇਰਾ ਬੰਦਾ ਆਪੇ ਹੀ ਮਰ ਜਾਏਗਾ, ਤੇਰੇ 'ਤੇ ਇਲਜ਼ਾਮ ਵੀ ਨਹੀਂ ਲੱਗੇਗਾ। ਹੁਣ ਉਹ ਬੜੀ ਖੁਸ਼ ਹੋਈ। ਉਹਨੇ ਕਿਹਾ ਮਾਂ ਜੀ ਦੱਸੋ। ਉਹਨੇ ਕੀਤਾ, ਉਹਨੇ 30 ਪੁੜੀਆਂ ਬਣਾ ਕੇ ਦਿੱਤੀਆਂ। ਉਹਨੇ ਕਿਹਾ ਪੁੱਤਰ ਇਹ ਇੱਕ ਪੁੜੀ ਲੈ ਜਾ, 30 ਦੀਆਂ 30 ਪੁੜੀਆਂ ਲੈ ਜਾ, ਤੂੰ ਇਹ 30 ਦਿਨ ਉਹਨੂੰ ਖਵਾਉਣੀਆਂ ਆ ਤੇ ਜਦੋਂ ਵੀ ਖਵਾਉਣੀ ਆ ਸੋਹਣਾ ਖਾਣਾ ਪਕਾਉਣਾ ਤੇ ਵਿੱਚ ਗਲਤ ਨਹੀਂ ਬੋਲਣਾ, ਮੰਦਾ ਨਹੀਂ ਬੋਲਣਾ। ਜਦੋਂ ਕਵੇ ਨਾ ਫਲਾਣਾ ਤੇਰੀ ਗਲਤੀ ਹੈ, ਤੂੰ ਕਹਿਣਾ ਜੀ ਠੀਕ ਆ ਜੀ ਮੇਰੀ ਗਲਤੀ ਆ, ਤੇ ਇਹ ਪੁੜੀ ਤੂੰ ਉਹਨੂੰ ਹਰ ਖਾਣੇ ਦੇ ਵਿੱਚ ਪਾ ਕੇ ਦੇਣੀ ਆ ਪੂਰੇ 30 ਦਿਨ। ਉਹਨੇ ਕਿਹਾ ਠੀਕ ਆ। ਉਹਨੇ ਪੁੜੀਆਂ ਲਈਆਂ ਤੇ ਚਲ ਗਈ। ਜਦੋਂ ਪੁੜੀਆਂ ਲੈ ਕੇ ਚਲ ਗਈ ਨਾ ਤੇ ਉਹਨੇ ਜਾ ਕੇ ਖਾਣਾ ਬਣਾਉਣਾ, ਸੋਹਣਾ ਖਾਣਾ ਬਣਾ ਕੇ ਦੇਣਾ, ਆਉਣਾ, ਉਹਨੇ ਬਿਸਮਿਲ੍ਲਾ ਕਰਨੀ, ਜਾਣ ਲੱਗਿਆ ਬਿਸਮਿਲ੍ਲਾ ਕਰਕੇ ਤੋਰਨਾ। ਉਹਨੂੰ ਮਾਂ ਨੇ ਦੱਸਿਆ ਕਿ ਤੂੰ ਇੱਦਾਂ ਦਾ ਕੰਮ ਕਰਨਾ ਕਿ ਲੋਕ ਤੈਨੂੰ ਕਹਿਣ ਕਿ ਇਹ ਤਾਂ ਬਹੁਤ ਚੰਗੀ ਸੀ, ਬਹੁਤ ਉਹਦੀ ਇੱਜ਼ਤ ਕਰਦੀ ਸੀਗੀ, ਇਹ ਤਾਂ ਕਿ ਤੇਰੇ 'ਤੇ ਕਿ ਜਦੋਂ ਇਹ ਮਰ ਜਾਏਗਾ ਨਾ 30 ਦਿਨਾਂ ਬਾਅਦ ਤੇ ਤੇਰੇ 'ਤੇ ਇਲਜ਼ਾਮ ਵੀ ਨਹੀਂ ਲੱਗੇਗਾ। ਉਹਨੇ ਹੁਣ ਦਿਮਾਗ ਦੇ ਵਿੱਚ ਨਾ ਆਪਣਾ ਉਹ ਅੰਜਾਮ ਹੀ ਰੱਖਿਆ ਸੀ ਤੇ ਆਪਣਾ ਜਦੋਂ ਅੰਜਾਮ ਦਿਮਾਗ ਦੇ ਵਿੱਚ ਹੋਵੇ ਨਾ ਫਿਰ ਜਿਹੜੇ ਕੰਮ ਕਰਨੇ ਪੈਂਦੇ ਨਾ ਉਹ ਫਿਰ ਉਹਨੂੰ ਕਰਨੇ ਪੈਂਦੇ ਆ। ਔਰਤ ਜ਼ਾਤ ਹੈ ਨਾ, ਉਹਦਾ ਤੇ ਮਕਸਦ ਸੀਗਾ ਕਿ ਬੰਦੇ ਨੂੰ ਮਾਰਨਾ ਤੇ ਮੇਰੇ 'ਤੇ ਇਲਜ਼ਾਮ ਵੀ ਨਾ ਲੱਗੇ ਤੇ ਮੇਰੀ ਜਾਨ ਛੁੱਟ ਜੇ। ਉਹ ਬੰਦੇ ਨੇ ਜਦੋਂ ਘਰ ਉਹਨਾਂ ਨੇ ਬਿਸਮਿਲ੍ਲਾ ਕਰਨੀ, ਪਾਣੀ ਦੇਣਾ, ਸੋਹਣਾ ਖਾਣਾ ਬਣਾ ਕੇ ਦੇਣਾ ਤੇ ਪੂੜੀ ਨਾਲ ਪਾ ਕੇ ਤੇ ਉਹਨੇ ਦੇ ਦੇਣੀ। ਜਦੋਂ ਬੰਦੇ ਨੇ ਅੱਗੋਂ ਬੋਲਣਾ ਤੇ ਉਹਨੇ ਕਹਿਣਾ ਜੀ ਠੀਕ ਆ ਜੀ ਮੇਰੀ ਗਲਤੀ ਆ। ਤੇ ਜਦੋਂ ਦਿਨ ਨਾ ਕੋਈ 10-15 ਲੰਘੇ ਤੇ ਬੰਦੇ ਨੇ ਸੋਚਿਆ ਯਾਰ ਮੇਰੀ ਬੁੱਢੀ ਤੇ ਬਹੁਤ ਚੰਗੀ ਆ, ਮੈਂ ਤੇ ਐਵੇਂ ਹੀ ਇਹਦੇ ਨਾਲ ਲੜਦਾ ਯਾਰ। ਉਹਨੇ ਕੀ ਕਰਨਾ, ਉਹਨੇ ਡਿਊਟੀ ਤੇ ਆਉਣਾ ਤੇ ਸਿੱਧਾ ਘਰ ਆ ਜਾਣਾ, ਆ ਕੇ ਆਪਣੀ ਬੇਗਮ ਦੇ ਨਾਲ ਹੱਸਣਾ ਖੇਡਣਾ, ਜਿਹੜੀ ਸ਼ਾਇਦ ਬੁੱਢੀ ਨੇ ਮੂੰਹ ਚੋਂ ਕੱਢਣੀ ਉਹਨੂੰ ਲਿਆ ਕੇ ਦੇਣੀ। ਤੇ ਉਹਨੇ ਕਹਿਣਾ ਯਾਰ ਮੇਰਾ ਹੁਣ ਦਿਲ ਕਰਦਾ ਕਿ ਮੈਂ ਹੁਣ ਤੇਰੇ ਕੋਲ ਬੈਠਾ ਰਿਹਾ ਕਰਾਂ, ਤੇਰੇ ਨਾਲ ਹੀ ਗੱਲਾਂ ਕਰਿਆ ਕਰਾਂ, ਤੂੰ ਤੇ ਬਹੁਤ ਚੰਗੀ ਆ, ਮੈਂ ਤੇ ਐਵੇਂ ਪਾਗਲ ਸੀਗਾ ਜਿਹੜਾ ਮੈਂ ਤੈਨੂੰ ਮਾਰਦਾ ਕੁੱਟਦਾ ਰਿਹਾ ਆ। ਤੇ ਉਹ ਦਿਨ ਨਾ 15-20 ਲੰਘੇ ਤੇ ਉਹਨਾਂ ਦੇ ਵਿੱਚ ਨਾ ਬਹੁਤ ਸੁਲ੍ਹਾ ਇਤਫਾਕ ਹੋ ਗਈ, ਬੜਾ ਪਿਆਰ ਮੁਹੱਬਤ। ਮਹੱਲੇ ਵਾਲੇ ਵੀ ਵੇਖਣ ਕਿ ਇਹਨਾਂ ਦੇ ਵਿੱਚ ਸੁਲ੍ਹਾ ਹੀ ਬਹੁਤ ਆ, ਇਹ ਇੱਕ ਦੂਜੇ ਤੋਂ ਜਾਨ ਵਾਰਦੇ ਆ। ਤੇ ਉਹ ਨਾ ਬੁੱਢੀ ਦੇ ਦਿਲ 'ਚ ਖਿਆਲ ਆਇਆ ਕਿ ਮੇਰਾ ਤੇ ਬੰਦਾ ਹੁਣ ਬਿਲਕੁਲ ਸਹੀ ਆ ਤੇ ਜਿਹੜੀ ਮਾਂ ਨੇ ਜ਼ਹਿਰ ਦੀਆਂ ਪੁੜੀਆਂ ਦਿੱਤੀਆਂ ਸੀ ਤੇ ਕਿਉਂ ਨਾ ਮੈਂ ਜਾ ਕੇ ਮਾਂ ਕੋਲ ਇਹਦਾ ਹੱਲ ਪੁੱਛ ਕੇ ਆਵਾਂ। ਉਹ ਨਾ ਦਵਾ ਨੱਸੀ ਪੁੱਛਿਆ ਆਪਣੇ ਬੰਦੇ ਕੋਲ ਕਿ ਮੈਂ ਜਰਾ ਮਾਂ ਦੇ ਘਰ ਜਾਣਾ ਆ ਤੇ ਮੈਨੂੰ ਜਾਂਦਿਆਂ ਲਾ ਦਿਓ। ਉਹਨੇ ਕਿਹਾ ਠੀਕ ਆ। ਬੰਦਾ ਵੀ ਸਿੱਧਾ ਹੋ ਗਿਆ, ਬੁੱਢੀ ਵੀ ਸਿੱਧੀ। ਜਦੋਂ ਦੋਵਾਂ ਪਾਸੇ ਪਿਆਰ ਹੋਵੇ ਨਾ ਤੇ ਲੜਾਈਆਂ ਝਗੜੇ ਨਹੀਂ ਪੈਂਦੇ, ਲੜਾਈਆਂ ਝਗੜੇ ਸਿਰਫ ਦਿਮਾਗੀ ਹੁੰਦੇ ਨੇ। ਉਹਨੇ ਨਾਲ ਭਾਈ ਤੇ ਜਾ ਕੇ ਮਾਂ ਦੇ ਉਹਦੇ ਲਾਤਾ ਤੇ ਆਪ ਕੰਮ ਤੇ ਚਲਾ ਗਿਆ। ਵਾਪਸੀ ਤੇ ਉਹਨੇ ਲਿਆ ਉੱਥੋਂ ਤੇ ਵਾਪਸ ਲੈ ਕੇ ਘਰ ਆ ਗਿਆ। ਉਹ ਜਦੋਂ ਆਪਣੀ ਮਾਂ ਦੇ ਕੋਲ ਗਈ ਨਾ ਤੇ ਮਾਂ ਨੂੰ ਕਹਿੰਦੀ ਮਾਂ ਮੇਰਾ ਤੇ ਬੰਦਾ ਹੁਣ ਬਹੁਤ ਚੰਗਾ ਆ ਤੇ ਜਿਹੜੀ ਤੂੰ ਮੈਨੂੰ ਜ਼ਹਿਰ ਦਿੱਤੀ ਆ ਉਹਦਾ ਕੋਈ ਤੋੜ ਨਹੀਂ ਹੈ। ਉਹ ਮਾਂ ਅੱਗੋਂ ਹੱਸੀ ਤੇ ਹੱਸ ਕੇ ਬੋਲੀ। ਉਹਨੇ ਕਿਹਾ ਪੁੱਤਰ ਉਹਦਾ ਤੋੜ ਹੈ, ਮੈਂ ਤੈਨੂੰ ਕੀ ਦੱਸਾਂ, ਮੈਂ ਤਾਂ ਤੈਨੂੰ ਚੀਨੀ ਪੀ ਕੇ ਦਿੱਤੀ ਸੀਗੀ। ਇਹ ਜਿਹੜਾ ਤੁਹਾਡੇ ਫਤੂਰ ਸੀ ਨਾ, ਜਿਹੜੀ ਲੜਾਈ ਝਗੜੀ ਸੀ ਤੁਹਾਡੇ ਦਿਮਾਗ ਦੇ ਵਿੱਚ ਸੀ, ਉਹ ਦਿਮਾਗ ਦੇ ਵਿੱਚੋਂ ਖਤਮ ਹੋ ਗਈ। ਉਹ ਤੇ ਚੀਨੀ ਦੀਆਂ ਪੁੜੀਆਂ ਸੀਗੀਆਂ। ਤੇ ਗੱਲ ਕਰਨ ਦਾ ਮਤਲਬ ਇਹ ਆ ਕਿ ਸਭ ਤੋਂ ਵੱਡਾ ਹੱਥ ਮਾਂ ਧੀ ਨੂੰ ਜਾਣਨ ਦਾ ਮਾਂ ਦਾ ਹੁੰਦਾ ਆ। ਜਦੋਂ ਮਾਵਾਂ ਪੁੱਠੀਆਂ ਲੁੱਤਰੀਆਂ ਲੈਂਦੀਆਂ, ਆਪਣੀ ਧੀ ਨੂੰ ਧੀ ਸਮਝਣਾ ਤੇ ਨੂੰਹ ਨੂੰ ਸਮਝਣਾ ਬਗਾਨੀ। ਅਗਰ ਮੇਰੀ ਗੱਲ ਤੁਹਾਨੂੰ ਅੱਛੀ ਲੱਗੀ ਹੈ ਨਾ ਤੇ ਸ਼ੇਅਰ ਅੱਗੇ ਲਾਜ਼ਮੀ ਕਰਨਾ ਤਾਂ ਕਿ ਕੋਈ ਵੀ ਇਸ ਵੀਡੀਓ ਨੂੰ ਸੁਣੇ ਨਾ ਤੇ ਉਹ ਲੜਾਈਆਂ ਝਗੜਿਆਂ ਦੇ ਵਿੱਚ ਕੋਈ ਸ਼ਾਇਦ ਕਮੀ ਆ ਜਾਏ। ਲਵ ਯੂ ਹੋ ਗਿਆ ਸਾਰਿਆਂ ਨੂੰ। ਮਿਲਦੇ ਹਾਂ ਆਪਾਂ ਅਗਲੀ ਵੀਡੀਓ 'ਚ। ਅੱਲਾ ਹਾਫਿਜ਼।